ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕਰੋਨਾ ਵਾਇਰਸ ਬਾਰੇ। ਜੋ ਕਿ ਹਰ ਇੱਕ ਦੇਸ਼ ਲਈ ਬਹੁਤ ਵੱਡੀ ਮੁਸੀਬਤ ਬਣਿਆ ਹੋਇਆ ਹੈ ਤੇ ਇਸ ਦੇ ਬਚਾਅ ਦੇ ਬੇਸਿਕ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਨੇ। ਮਤਲਬ ਇਸ ਦਾ ਬਚਾਅ ਇਹੀ ਹੈ ਕਿ ਜਿੰਨਾ ਹੋ ਸਕੇ ਤੁਸੀਂ ਭੀੜ ਤੋਂ ਬਚ ਕੇ ਰਹਿਣਾ ਹੈ। ਪਰ ਜੇਕਰ ਫਿਰ ਵੀ ਕਿਸੇ ਨੂੰ ਹੋ ਜਾਂਦਾ ਹੈ ਤਾਂ ਉਸ ਨੂੰ ਡਰਨ ਦੀ ਲੋੜ ਨਹੀਂ, ਕਿਉਂਕਿ ਇੰਡੀਆ ਦੇ ਵਿੱਚ ਦੇਖਿਆ ਗਿਆ ਹੈ ਜੇਕਰ ਕਿਸੇ ਨੂੰ ਇਹ ਹੋਇਆ ਤਾਂ ਉਹ ਹਸਪੀਟਲ ਜਾਣ ਤੋਂ ਬਹੁਤ ਘਬਰਾ ਰਹੇ ਨੇ, ਕਿਉਂਕਿ ਸਾਡੇ ਦਿਮਾਗ ਦੇ ਵਿੱਚ ਇਹ ਗੱਲ ਪੂਰੀ ਤਰ੍ਹਾਂ ਬੈਠ ਚੁੱਕੀ ਹੈ ਕਿ ਇਸ ਦਾ ਕੋਈ ਇਲਾਜ ਨਹੀਂ। ਸੋ ਇਹ ਵੀਡੀਓ ਬਹੁਤ ਹੀ ਅਲੱਗ ਤਰੀਕੇ ਦੀ ਹੋਣ ਜਾ ਰਹੀ ਹੈ, ਤੁਸੀਂ ਇਸ ਨੂੰ ਪੂਰੀ ਲਾਸਟ ਤੱਕ ਜਰੂਰ ਦੇਖਿਓ। ਸੋ ਇਸ ਤੋਂ ਬਾਅਦ ਤੁਸੀਂ ਕਰੋਨਾ ਵਾਇਰਸ ਲਈ ਇੱਕ ਅਲੱਗ ਸਥਿਤੀ ਨਾਲ ਤੇ ਪੋਜ਼ਿਟਿਵਿਟੀ ਨਾਲ ਸੋਚੋਗੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਸ ਵੀਡੀਓ ਨੂੰ ਸਪਾਂਸਰ ਕੀਤਾ ਹੈ IQ ਆਪਸ਼ਨ ਨੇ। ਤੇ ਜਿਵੇਂ ਕਿ ਅੱਜ ਹਰ ਇੱਕ ਇਨਸਾਨ ਆਪਣੇ ਆਪਣੇ ਘਰ ਦੇ ਵਿੱਚ ਬੈਠਾ ਹੈ ਤੇ ਇਹ ਵੀ ਲਾਜ਼ਮੀ ਹੈ ਕਿ ਉਸ ਦੀ ਇਨਕਮ ਵੀ ਬੰਦ ਹੋ ਗਈ ਹੋਵੇਗੀ, ਤੇ ਇੱਥੇ ਤੁਹਾਨੂੰ ਦੱਸ ਦਈਏ ਕਿ IQ ਆਪਸ਼ਨ ਇੱਕ ਟ੍ਰੇਡਿੰਗ ਐਪ ਹੈ ਤੇ ਉਹ ਵੀ ਬਹੁਤ ਜ਼ਿਆਦਾ ਸਿੰਪਲ, ਤੇ ਇਸ ਦੇ ਨਾਲ ਤੁਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਪੈਸੇ ਕਮਾ ਸਕਦੇ ਹੋ। ਤੇ ਤੁਸੀਂ ਇਸ ਵਿੱਚ ਇਹ ਦੇਖਣਾ ਕਿ ਅਗਲੇ ਕੁਝ ਸੈਕਿੰਡ ਵਿੱਚ ਇਹ ਗ੍ਰਾਫ ਉੱਪਰ ਜਾਵੇਗਾ ਜਾਂ ਥੱਲੇ, ਤੇ ਅਪ ਜਾਣ ਲਈ ਗ੍ਰੀਨ ਬਟਨ ਨੂੰ ਦਬਾ ਸਕਦੇ ਹੋ ਤੇ ਡਾਊਨ ਲਈ ਰੈੱਡ ਬਟਨ ਨੂੰ। ਤੇ ਜੇਕਰ ਤੁਹਾਡੀ ਪ੍ਰੈਡਿਕਸ਼ਨ ਸਹੀ ਹੁੰਦੀ ਹੈ ਤਾਂ ਤੁਸੀਂ ਇਸ ਵਿੱਚੋਂ ਬਹੁਤ ਜ਼ਿਆਦਾ ਅਮਾਉਂਟ ਜਿੱਤ ਸਕਦੇ ਹੋ। ਤੇ ਇਸ ਵਿੱਚ ਡਿਪੋਜ਼ਿਟ ਤੁਸੀਂ ਘੱਟ ਤੋਂ ਘੱਟ $10 ਕਰ ਸਕਦੇ ਹੋ ਤੇ ਇਹ ਪੇਮੈਂਟ ਤੁਸੀਂ ਆਪਣੇ ਵੀਜ਼ਾ ਜਾਂ ਮਾਸਟਰ ਕਾਰਡ ਨਾਲ ਹੀ ਕਰ ਸਕਦੇ ਹੋ। ਤੇ ਤੁਸੀਂ ਇੱਕ ਗੱਲ ਹੋਰ ਵੀ ਧਿਆਨ ਰੱਖਣੀ ਹੈ ਕਿ ਜਿੱਥੇ ਤੁਸੀਂ ਪ੍ਰੋਫਿਟ ਕਮਾ ਸਕਦੇ ਹੋ ਉੱਥੇ ਤੁਹਾਨੂੰ ਲਾਸ ਵੀ ਹੋ ਸਕਦਾ ਹੈ ਜੇਕਰ ਤੁਹਾਡੀ ਪ੍ਰੈਡਿਕਸ਼ਨ ਗਲਤ ਹੋਈ। ਸੋ ਇਸ ਕਰਕੇ ਤੁਹਾਨੂੰ ਟ੍ਰੇਨਿੰਗ ਲਈ ਇੱਕ ਹੋਰ ਬਹੁਤ ਵਧੀਆ ਫੀਚਰ ਦਿੱਤਾ ਗਿਆ ਹੈ। ਇੱਕ ਡੈਮੋ ਅਕਾਊਂਟ ਵਿੱਚ ਤੁਹਾਨੂੰ $10,000 ਦਿੱਤਾ ਗਿਆ ਹੈ, ਜਿਸ ਨਾਲ ਤੁਸੀਂ ਟ੍ਰੇਡਿੰਗ ਕਰਕੇ ਇਸ ਨੂੰ ਪਹਿਲਾਂ ਸਿੱਖ ਸਕਦੇ ਹੋ। ਤੇ ਜਦੋਂ ਤੁਹਾਨੂੰ ਲੱਗਦਾ ਕਿ ਤੁਸੀਂ ਸਿੱਖ ਗਏ ਹੋ ਉਦੋਂ ਹੀ ਤੁਸੀਂ ਆਪਣੇ ਪੈਸੇ ਇਸ ਵਿੱਚ ਇਨਵੈਸਟ ਕਰਿਓ, ਤਾਂ ਜੋ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਪੈਸੇ ਘਰ ਬੈਠ ਕੇ ਹੀ ਇਸ ਐਪ ਨਾਲ ਕਮਾ ਸਕੋ। ਸੋ ਇਸ ਐਪ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜਾਵੇਗਾ, ਸੋ ਉੱਥੋਂ ਤੁਸੀਂ ਇਸ ਨੂੰ ਡਾਊਨਲੋਡ ਕਰ ਸਕਦੇ ਹੋ। ਸੋ ਇਹ ਵੀਡੀਓ ਦੇਖਣ ਤੋਂ ਬਾਅਦ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਬਹੁਤ ਹੀ ਨੈਗੇਟਿਵਿਟੀ ਵਿੱਚੋਂ ਨਿਕਲ ਕੇ ਇੱਕ ਪੋਜ਼ਿਟਿਵਿਟੀ ਨਾਲ ਇਸ ਬਿਮਾਰੀ ਦਾ ਸਾਹਮਣਾ ਕਰਨ ਲਈ ਤਿਆਰ ਹੋਵੋਗੇ। ਤੇ ਸਭ ਤੋਂ ਪਹਿਲਾਂ ਤੁਸੀਂ ਨਿਊਜ਼ ਦੇਖਣੀਆਂ ਬੰਦ ਕਰ ਦਿਵੋ। ਸਾਰਾ ਦਿਨ ਇੱਕੋ ਚੀਜ਼ ਨੂੰ ਦੇਖਣਾ ਬਿਲਕੁਲ ਫਜ਼ੂਲ ਦੀ ਗੱਲ ਹੈ। ਕੋਈ ਹੋਰ ਵੀਡੀਓਜ਼ ਦੇਖੋ YouTube ਤੇ ਜਾ ਕੇ ਵਧੀਆ ਮੋਟੀਵੇਸ਼ਨਲ, ਤੇ ਪੂਰੇ ਦਿਨ ਵਿੱਚ ਇਸ ਬਾਰੇ ਇੱਕ ਅੱਧਾ ਘੰਟਾ ਜਾਣਨਾ ਬਿਲਕੁਲ ਸਹੀ ਗੱਲ ਹੈ। ਪਰ ਜੇਕਰ ਅਸੀਂ ਸਾਰਾ ਦਿਨ ਹੀ ਇਸ ਬਾਰੇ ਸੋਚੀ ਜਾਵਾਂਗੇ ਤਾਂ ਇਹ ਸਾਡੇ ਸਬਕੌਂਸ਼ੀਅਸ ਮਾਈਂਡ ਵਿੱਚ ਬੈਠ ਜਾਂਦਾ ਹੈ। ਤੇ ਇੱਕ ਰਿਪੋਰਟ ਵਿੱਚ ਦੱਸਿਆ ਗਿਆ ਕਿ 5% ਲੋਕ ਕਰੋਨਾ ਵਾਇਰਸ ਨਾਲ ਨਹੀਂ ਬਲਕਿ ਉਸ ਦੇ ਡਰ ਨਾਲ ਜਾਂ ਵਹਿਮ ਨਾਲ ਹੀ ਮਰ ਗਏ। ਤੇ ਅਸੀਂ ਇਹ ਗੱਲ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਇੰਡੀਆ ਦੇ ਵਿੱਚ ਤੇ ਸਾਡੇ ਖਾਸ ਕਰਕੇ ਪੰਜਾਬ ਦੇ ਵਿੱਚ ਵਹਿਮ ਦਾ ਕੋਈ ਵੀ ਇਲਾਜ ਨਹੀਂ ਹੈ ਤੇ ਇੱਥੇ ਵਹਿਮ ਬਹੁਤ ਜ਼ਿਆਦਾ ਕੀਤਾ ਵੀ ਜਾਂਦਾ ਹੈ। ਸੋ ਇਸ ਕਰਕੇ ਇਸ ਬਾਰੇ ਹੀ ਦੇਖਣਾ ਸਾਰਾ ਦਿਨ ਫਜ਼ੂਲ ਦਾ ਕੰਮ ਹੈ। ਤੇ ਹੁਣ ਗੱਲ ਕਰਦੇ ਹਾਂ, ਜੇਕਰ ਕਿਸੇ ਨੂੰ ਹੋ ਵੀ ਜਾਂਦਾ ਤਾਂ ਉਸ ਨੂੰ ਡਰਨ ਦੀ ਲੋੜ ਨਹੀਂ, ਕਿਉਂਕਿ ਇਹ ਇੱਕ ਅਜਿਹਾ ਵਾਇਰਸ ਹੈ ਜੋ ਠੀਕ ਵੀ ਹੋ ਰਿਹਾ ਹੈ। ਤੇ ਚਾਈਨਾ ਦੀ ਰਿਪੋਰਟ ਦੇ ਹਿਸਾਬ ਨਾਲ ਜੇਕਰ 80-90 ਹਜ਼ਾਰ ਉਹਨਾਂ ਕੋਲ ਮਰੀਜ਼ ਸੀ ਤਾਂ ਉਹਨਾਂ ਵਿੱਚੋਂ ਉਹ 68,000 ਦੇ ਨੇੜੇ ਤੇੜੇ ਠੀਕ ਵੀ ਕਰ ਚੁੱਕੇ ਨੇ। ਤੇ ਇਸ ਨਾਲ ਹਰ ਕੋਈ ਨਹੀਂ ਮਰ ਰਿਹਾ। ਜੇਕਰ 100 ਬੰਦੇ ਨੂੰ ਇਹ ਹੋ ਰਿਹਾ ਹੈ ਤਾਂ ਉਸ ਵਿੱਚੋਂ ਸਿਰਫ 2 ਜਾਂ 3 ਬੰਦੇ ਹੀ ਮਰਦੇ ਨੇ। ਸੋ ਇਹ ਚੀਜ਼ ਸਾਨੂੰ ਆਪਣੇ ਦਿਮਾਗ ਵਿੱਚ ਬਿਠਾ ਲੈਣੀ ਚਾਹੀਦੀ ਹੈ। ਸੋ ਜੇ ਤੁਹਾਨੂੰ ਇਹ ਹੋ ਵੀ ਜਾਂਦਾ ਤਾਂ ਤੁਸੀਂ ਰਿਕਵਰ ਕਰ ਸਕਦੇ ਹੋ, ਠੀਕ ਹੋ ਸਕਦੇ ਹੋ। ਇਸ ਤੋਂ ਖਤਰਨਾਕ ਬਿਮਾਰੀ ਜਿਵੇਂ ਇੱਕ ਵਾਰ ਪਲੇਗ ਫੈਲ ਗਈ ਸੀ ਜਾਂ ਜਿਵੇਂ ਸਾਰਸ ਆਈ ਸੀ, ਸੋ ਇਹ ਬਿਮਾਰੀਆਂ ਦੇ ਵਿੱਚ 100 ਵਿੱਚੋਂ 50 ਬੰਦੇ ਮਰ ਰਹੇ ਸੀ, ਹੋ ਸਕਦਾ ਵੱਧ ਵੀ ਮਰਦੇ ਹੋਣ। ਸੋ ਇਹ ਇੱਕ ਬਹੁਤ ਹੀ ਪੋਜ਼ਿਟਿਵ ਗੱਲ ਹੈ ਕਿ ਇਸ ਵਾਇਰਸ ਨਾਲ ਬਹੁਤ ਹੀ ਘੱਟ ਲੋਕ ਮਰ ਰਹੇ ਨੇ, ਪਰ ਇਸ ਦੇ ਡਰ ਤੋਂ ਜ਼ਿਆਦਾ ਮਰਨਗੇ। ਸੋ ਜੇਕਰ ਤੁਹਾਨੂੰ ਥੋੜਾ ਬਹੁਤ ਖੰਘ ਜ਼ੁਕਾਮ ਹੈ ਤਾਂ ਇਸ ਦੀ ਮੈਡੀਸਨ ਤੁਸੀਂ ਘਰ ਹੀ ਲੈ ਸਕਦੇ ਹੋ। ਪਰ ਜੇਕਰ ਕੋਈ ਇਸ ਵਾਇਰਸ ਵਿੱਚ ਪੋਜ਼ਿਟਿਵ ਪਾਇਆ ਜਾਂਦਾ ਹੈ ਤਾਂ ਉਸ ਨੂੰ ਹਸਪੀਟਲ ਤੋਂ ਭੱਜਣ ਦੀ ਲੋੜ ਨਹੀਂ, ਬਲਕਿ ਉੱਥੇ ਰਹਿ ਕੇ ਆਪਣਾ ਇਲਾਜ ਕਰਾਉਣ ਦੀ ਲੋੜ ਹੈ, ਕਿਉਂਕਿ ਇਸ ਦਾ ਕੋਈ ਟੀਕਾ ਨਾ ਬਣਨ ਕਾਰਨ ਹਸਪੀਟਲ ਵਿੱਚ ਵੀ ਸਾਨੂੰ ਉਹੀ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਜੋ ਅਜਿਹੇ ਵਾਇਰਸਾਂ ਨਾਲ ਲੜਨ ਦੀ ਕੋਸ਼ਿਸ਼ ਕਰਦੀਆਂ ਨੇ, ਜੋ ਸਾਡੇ ਸਰੀਰ ਨੂੰ ਅਜਿਹੇ ਵਾਇਰਸਾਂ ਨਾਲ ਲੜਨ ਦੇ ਯੋਗ ਬਣਾਉਂਦੀਆਂ ਨੇ। ਤੇ ਹੁਣ ਦੀ ਰਿਪੋਰਟ ਦੇ ਹਿਸਾਬ ਨਾਲ ਦੱਸਿਆ ਜਾਂਦਾ ਹੈ ਕਿ ਚੀਨ ਵਿੱਚ ਇਸ ਦੇ ਕੇਸ ਰੁਕ ਚੁੱਕੇ ਨੇ ਤੇ ਕੋਈ ਵੀ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ। ਤੇ ਜਰਮਨੀ ਦੇ ਵਿੱਚ 16,457 ਇਸ ਦੇ ਮਰੀਜ਼ ਸੀ, ਜਿਸ ਵਿੱਚੋਂ 44 ਦੀ ਮੌਤ ਹੋਈ ਹੈ। ਮਤਲਬ ਕਿ ਇਸ ਦੀ ਡੈਥ ਰੇਟ 0.27% ਬਣਦੀ ਹੈ। ਤੇ ਇਸੇ ਤਰ੍ਹਾਂ ਯੂਕੇ ਦੇ ਵਿੱਚ ਡੈਥ ਰੇਟ 4.47% ਬਣਦੀ ਹੈ ਤੇ ਇਟਲੀ ਦੇ ਵਿੱਚ ਡੈਥ ਰੇਟ 8.3% ਬਣਦੀ ਹੈ। ਤੇ ਇਹ ਤੇ ਤੁਹਾਨੂੰ ਪਤਾ ਹੀ ਹੋਵੇਗਾ ਕਿ ਇਹ ਵਾਇਰਸ ਛਿੱਕ ਦੇ ਨਾਲ 1.5 ਜਾਂ 2 ਫੁੱਟ ਤੱਕ ਕਿਸੇ ਤੇ ਵੀ ਜਾ ਸਕਦਾ
ਸਕਦਾ ਹੈ, ਪਰ ਇਹ ਵਾਇਰਸ ਹਵਾ ਦੇ ਵਿੱਚ ਵੀ 3 ਘੰਟੇ ਤੱਕ ਰਹਿ ਸਕਦਾ ਹੈ ਤੇ ਇਹ ਕਾਰਡਬੋਰਡ ਤੇ ਪੂਰਾ 1 ਦਿਨ ਰਹਿ ਸਕਦਾ ਹੈ ਤੇ ਪਲਾਸਟਿਕ ਤੇ ਸਟੀਲ ਤੇ 3 ਦਿਨ ਤੱਕ ਰਹਿੰਦਾ ਹੈ। ਤੇ ਹੁਣ ਫਰਾਂਸ ਤੇ ਇਟਲੀ ਦੇ ਵਿੱਚ ਫਾਈਨ ਕਰ ਦਿੱਤਾ ਗਿਆ ਹੈ ਜੇਕਰ ਕੋਈ ਘਰ ਤੋਂ ਬਾਹਰ ਨਿਕਲਦਾ ਹੈ। ਤੇ ਕੋਲੰਬੀਆ ਦੇ ਵਿੱਚ ਜੋ ਕਿ ਸਾਊਥ ਅਮਰੀਕਾ ਵਿੱਚ ਪੈਂਦਾ, ਉੱਥੇ 19 ਦਿਨ ਦਾ ਲੋਕਡਾਊਨ ਕਰ ਦਿੱਤਾ ਹੈ, ਜਦ ਕਿ ਉੱਥੇ ਕੋਈ ਵੀ ਮੌਤ ਨਹੀਂ ਹੋਈ। ਸੋ ਇਹ ਕੁਝ ਕੁ ਗੱਲਾਂ ਸਾਨੂੰ ਧਿਆਨ ਰੱਖਣ ਵਾਲੀਆਂ ਸੀ, ਕਿਉਂਕਿ ਨੈਗੇਟਿਵਿਟੀ ਹਰ ਇੱਕ ਨਿਊਜ਼ ਦੇ ਵਿੱਚ ਬਹੁਤ ਜ਼ਿਆਦਾ ਦਿਖਾਈ ਜਾ ਰਹੀ ਹੈ ਤੇ ਉਹ ਇਸ ਕਰਕੇ ਦਿਖਾਈ ਜਾ ਰਹੀ ਹੈ ਕਿਉਂਕਿ ਹਰ ਕੋਈ ਇਸ ਨੂੰ ਹੀ ਦੇਖ ਰਿਹਾ ਹੈ, ਕਿਸੇ ਹੋਰ ਖਬਰ ਨੂੰ ਕੋਈ ਦੇਖਣਾ ਪਸੰਦ ਹੀ ਨਹੀਂ ਕਰ ਰਿਹਾ ਤੇ ਹਰ ਕੋਈ ਇਹੀ ਕਹਿੰਦਾ ਹੈ ਕਿ ਇਹ ਬੱਚਿਆਂ ਤੇ ਬਜ਼ੁਰਗਾਂ ਨੂੰ ਜ਼ਿਆਦਾ ਹੋ ਰਿਹਾ ਹੈ। ਤੇ ਜੇਕਰ ਅਸੀਂ ਹਰ ਸਮੇਂ ਇਹੀ ਕਹਾਂਗੇ ਕਿ ਇਹ ਬਜ਼ੁਰਗਾਂ ਤੇ ਜ਼ਿਆਦਾ ਅਸਰ ਕਰ ਰਿਹਾ ਹੈ ਤਾਂ ਇਸ ਨਾਲ ਉਹਨਾਂ ਦੇ ਦਿਮਾਗ ਤੇ ਫਰਕ ਪੈਂਦਾ ਹੈ। ਸੋ ਕਰੋਨਾ ਉਹਨਾਂ ਨੂੰ ਹੋਵੇ ਨਾ ਹੋਵੇ, ਉਹਨਾਂ ਨੂੰ ਵਹਿਮ ਇਸ ਦਾ ਜ਼ਿਆਦਾ ਹੋ ਜਾਵੇਗਾ। ਸੋ ਇਸ ਕਰਕੇ 24 ਘੰਟੇ ਇਸ ਬਾਰੇ ਹੀ ਸੁਣਨਾ ਬੰਦ ਕੀਤਾ ਜਾਵੇ ਤੇ ਕੁਝ ਦਿਨ ਆਪਣੇ ਘਰਦਿਆਂ ਨਾਲ ਬਹਿ ਕੇ ਸਮਾਂ ਬਿਤਾਉਣ ਦੀ ਕੋਸ਼ਿਸ਼ ਕਰੋ ਤੇ ਜਿਵੇਂ ਸਰਕਾਰ ਕਹਿ ਰਹੀ ਹੈ ਤੇ ਜੋ ਸਾਨੂੰ ਡਾਕਟਰਸ ਵੱਲੋਂ ਦੱਸਿਆ ਗਿਆ ਹੈ ਉਸ ਨੂੰ ਅਪਣਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਸੋ ਇਹ ਗੱਲ ਕਹਿ ਕੇ ਤੁਸੀਂ ਵੱਡੇ ਨਹੀਂ ਬਣ ਸਕਦੇ ਕਿ ਇਹ ਮੈਨੂੰ ਨਹੀਂ ਹੋਵੇਗਾ, ਇਹ ਹਰ ਕਿਸੇ ਨੂੰ ਹੋ ਸਕਦਾ ਹੈ। ਤੇ ਹੁਣ ਤੁਹਾਨੂੰ ਦੱਸ ਦਈਏ ਕਿ ਹਰ 100 ਸਾਲ ਬਾਅਦ ਕੁਦਰਤ ਇਦਾਂ ਦਾ ਕੁਝ ਨਾ ਕੁਝ ਜ਼ਰੂਰ ਸਾਹਮਣੇ ਲੈ ਕੇ ਆਉਂਦੀ ਹੈ ਜਿਸ ਨਾਲ ਇਨਸਾਨ ਨੂੰ ਪਤਾ ਲੱਗ ਸਕੇ ਕਿ ਕੁਦਰਤ ਦੇ ਅੱਗੇ ਇਨਸਾਨ ਕੁਝ ਵੀ ਨਹੀਂ ਹੈ। 1720 ਦੇ ਵਿੱਚ ਦਾ ਗ੍ਰੇਟ ਪਲੇਗ ਮਾਰਸਲ ਫੈਲੀ ਸੀ ਤੇ 1820 ਵਿੱਚ ਕਲੋਰਾ ਪੈਂਡੇਮਿਕ ਏਸ਼ੀਆ ਵਿੱਚ ਫੈਲੀ ਸੀ ਤੇ 1920 ਵਿੱਚ ਸਪੈਨਿਸ਼ ਫਲੂ ਫੈਲਿਆ ਸੀ ਤੇ 2020 ਵਿੱਚ ਕਰੋਨਾ ਵਾਇਰਸ ਦਾ ਆਊਟ ਆਫ ਬ੍ਰੇਕ। ਤੇ ਕਰੋਨਾ ਵਾਇਰਸ ਦਾ ਨਾਮ ਕਰੋਨਾ ਹੀ ਕਿਉਂ ਰੱਖਿਆ ਗਿਆ? ਕਿਉਂਕਿ ਜਦੋਂ ਇਸ ਦੇ ਕੀਟਾਣੂਆਂ ਨੂੰ ਦੇਖਿਆ ਗਿਆ, ਜੋ ਸੂਖਮ ਜੀਵ ਉਹਨਾਂ ਨੂੰ ਦੇਖਿਆ ਗਿਆ ਤਾਂ ਉਹਨਾਂ ਦੇ ਉੱਤੇ ਕਰੋਨ ਬਣੇ ਹੋਏ ਸੀ, ਤਾਂ ਇਸ ਕਰਕੇ ਇਸ ਦਾ ਨਾਮ ਕਰੋਨਾ ਰੱਖਿਆ ਗਿਆ। ਤੇ ਹੁਣ ਇਹ ਫੈਲਿਆ ਕਿਵੇਂ, ਇਸ ਬਾਰੇ ਚੀਨ ਨੇ ਰਿਪੋਰਟ ਦਿੱਤੀ ਹੈ ਕਿ ਇਹ ਸੱਪਾਂ ਤੇ ਚਮਗਿੱਦੜਾਂ ਤੋਂ ਫੈਲਿਆ ਹੈ। ਸੋ ਇਹ ਇੱਕ ਸਿੰਪਲ ਇਨਫੋਰਮੇਸ਼ਨ ਹੈ ਜੋ ਕਿ ਹਰ ਇੱਕ ਨਿਊਜ਼ਪੇਪਰ ਦੇ ਵਿੱਚ ਆ ਰਹੀ ਹੈ, ਪਰ ਕਦੇ ਇਹ ਸੋਚਿਆ ਕਿ ਸੱਪ ਤੇ ਚਮਗਿੱਦੜ ਉਹ ਅੱਜ ਦੇ ਨਹੀਂ ਬਲਕਿ ਬਹੁਤ ਸਮੇਂ ਤੋਂ ਖਾ ਰਹੇ ਨੇ, ਉਦੋਂ ਦਾ ਇਹ ਵਾਇਰਸ ਕਿੱਥੇ ਸੀ? ਕਿਉਂਕਿ ਜੇਕਰ ਕੋਈ ਅਜਿਹਾ ਵਾਇਰਸ ਹੈ ਸੀ ਤਾਂ ਉਹ ਪਿਛਲੇ ਕਈ ਸਾਲਾਂ ਵਿੱਚ ਫੈਲ ਸਕਦਾ ਸੀ। ਸੋ ਇਹ ਇੱਕ ਬਹੁਤ ਵੱਡੀ ਮਿਸਟਰੀ ਹੈ ਕਿਉਂਕਿ ਕਈ ਲੋਕ ਇਸ ਨੂੰ ਬਾਇਓਲੋਜੀਕਲ ਵੈਪਨਸ ਦੇ ਤੌਰ ਤੇ ਵੀ ਮੰਨਦੇ ਨੇ। ਬਾਇਓਲੋਜੀਕਲ ਵੈਪਨ ਜਿਸ ਦਾ ਮਤਲਬ ਵੀ ਜਿਸ ਨਾਲ ਇਨਸਾਨ ਦੇ ਸਰੀਰ ਤੇ ਕੋਈ ਖਾਜ ਦਾਗ ਇਦਾਂ ਦਾ ਕੁਝ ਵੀ ਨਹੀਂ ਹੁੰਦਾ ਤੇ ਉਸ ਨੂੰ ਪਤਾ ਵੀ ਨਹੀਂ ਲੱਗਦਾ ਕਿ ਉਸ ਨੂੰ ਕੋਈ ਬਿਮਾਰੀ ਹੋ ਗਈ। ਸੋ ਇਸ ਤਰ੍ਹਾਂ ਦੇ ਖਤਰਨਾਕ ਬੈਕਟੀਰੀਆ ਉਸ ਤੇ ਛੱਡ ਦਿੱਤੇ ਜਾਂਦੇ ਨੇ, ਸੋ ਜਿਨ੍ਹਾਂ ਨੂੰ ਬਾਇਓਲੋਜੀਕਲ ਵੈਪਨ ਕਿਹਾ ਜਾਂਦਾ ਹੈ। ਸੋ ਜੋ ਤੁਸੀਂ ਇਹ ਕਿਤਾਬ ਦੇਖ ਰਹੇ ਹੋ ਇਹ 1981 ਦੇ ਵਿੱਚ ਪਬਲਿਸ਼ ਹੋਈ ਸੀ। ਸੋ ਇਹ ਕਿਤਾਬ ਦਾ ਨਾਮ ਹੈ ਦ ਆਈਸ ਆਫ ਡਾਰਕਨੈਸ। ਸੋ ਇਸ ਵਿੱਚ ਕੁਝ ਇਸ ਤਰ੍ਹਾਂ ਲਿਖਿਆ ਗਿਆ ਕਿ ਵੁਹਾਨ 400 ਕਹਿ ਕੇ ਇਸ ਨੂੰ ਬੁਲਾਇਆ ਜਾ ਰਿਹਾ ਹੈ ਕਿਉਂਕਿ ਇਹ ਵੁਹਾਨ ਸ਼ਹਿਰ ਦੇ ਬਾਹਰ RDNA ਲੈਬਸ ਦੇ ਵਿੱਚ ਤਿਆਰ ਕੀਤਾ ਗਿਆ ਹੈ ਤੇ ਇਹ ਸੈਂਟਰ ਦੇ ਮੈਨ ਮੇਡ ਸੂਖਮ ਜੀਵ ਦਾ 400ਵਾਂ ਸਟ੍ਰੇਨ ਹੈ। ਸੋ ਇਹ ਇੱਕ ਮਨ ਘੜਤ ਕਹਾਣੀ ਵੀ ਹੋ ਸਕਦੀ ਹੈ, ਪਰ ਇਸ ਤੋਂ ਇਲਾਵਾ ਇੱਕ ਹੋਰ ਬੁੱਕ ਵੀ ਹੈ ਜੋ ਕਿ ਐਂਡ ਆਫ ਦਾ ਡੇਜ਼ ਤੇ ਇਹ ਸਿਲਵੀਆ ਬਰਾਊਨ ਵੱਲੋਂ ਲਿਖੀ ਗਈ ਹੈ ਤੇ ਇਹ 2008 ਦੇ ਵਿੱਚ ਪਬਲਿਸ਼ ਕੀਤੀ ਗਈ ਸੀ ਤੇ ਇਸ ਵਿੱਚ ਲਿਖਿਆ ਗਿਆ ਕਿ 2020 ਦੇ ਵਿੱਚ ਨਿਮੋਨੀਆ ਵਰਗੀ ਗੰਭੀਰ ਬਿਮਾਰੀ ਪੂਰੀ ਦੁਨੀਆ ਵਿੱਚ ਫੈਲ ਜਾਵੇਗੀ ਤੇ ਇਹ ਬਿਮਾਰੀ ਫੇਫੜੇ ਤੇ ਸਾਹ ਨਲੀਆਂ ਪਰ ਹਮਲਾ ਕਰੇਗੀ ਤੇ ਇਸ ਦਾ ਕੋਈ ਵੀ ਇਲਾਜ ਨਹੀਂ ਹੋਵੇਗਾ। ਸੋ ਇੰਨਾ ਐਗਜ਼ੈਕਟ ਕਿਸੇ ਨੂੰ ਕਿਵੇਂ ਪਤਾ ਹੋ ਸਕਦਾ ਹੈ? ਤੇ ਤੁਹਾਨੂੰ ਦੱਸ ਦਈਏ ਕਿ ਸਿਲਵੀਆ ਬਰਾਉਨੀ ਅੱਜ ਇਸ ਦੁਨੀਆ ਵਿੱਚ ਨਹੀਂ ਹੈ ਤੇ ਉਸ ਨੇ ਇਹ ਵੀ ਦੱਸਿਆ ਕਿ ਇਹ ਬਿਮਾਰੀ ਜਿੰਨੀ ਸਪੀਡ ਨਾਲ ਦੁਨੀਆ ਵਿੱਚ ਆਈ ਸੀ ਉਨੀ ਸਪੀਡ ਨਾਲ ਹੀ ਆਪਣੇ ਆਪ ਹੀ ਖਤਮ ਹੋ ਜਾਵੇਗੀ ਤੇ ਉਸ ਤੋਂ 10 ਸਾਲ ਬਾਅਦ ਇਹ ਫੇਰ ਆਵੇਗੀ, ਮਤਲਬ ਕਿ 2030 ਦੇ ਵਿੱਚ, ਤੇ ਫੇਰ ਆਪਣੇ ਆਪ ਹੀ ਖਤਮ ਹੋ ਜਾਵੇਗੀ। ਤੇ ਸਿਲਵੀਆ ਬਰਾਉਨੀ ਆਪਣੇ ਆਪ ਨੂੰ ਇੱਕ ਮਨੋਵਿਗਿਆਨਿਕ ਤੇ ਅਧਿਆਤਮਿਕ ਗੁਰੂ ਦੱਸਦੀ ਸੀ ਤੇ ਉਸ ਸਮੇਂ ਟੀਵੀ ਤੇ ਰੇਡੀਓ ਤੇ ਉਹਨਾਂ ਦੇ ਕਈ ਸ਼ੋਅ ਵੀ ਆਉਂਦੇ ਸੀ ਤੇ 20 ਨਵੰਬਰ 2013 ਵਿੱਚ ਇਹਨਾਂ ਦੀ ਮੌਤ ਹੋ ਗਈ ਸੀ ਤੇ ਇਹ ਭਵਿੱਖਬਾਣੀ ਦੇਖਣ ਤੋਂ ਬਾਅਦ ਇਹ ਕਿਤਾਬ ਦੀ ਵਿਕਰੀ ਇੰਨੀ ਹੋ ਗਈ ਕਿ ਇਹ ਆਊਟ ਆਫ ਸਟਾਕ ਹੋ ਗਈ ਤੇ ਇਹਨਾਂ ਦੀ ਵੈਬਸਾਈਟ ਇਹਨਾਂ ਦਾ ਬੇਟਾ ਚਲਾ ਰਿਹਾ ਹੈ ਤੇ ਬਹੁਤ ਲੋਕਾਂ ਦਾ ਕਹਿਣਾ ਹੈ ਕਿ ਇਹ ਸੱਪ ਜਾਂ ਚਮਗਿੱਦੜ ਤੋਂ ਨਹੀਂ ਹੋਇਆ ਬਲਕਿ ਇਹ ਇੱਕ ਐਕਸਪੈਰੀਮੈਂਟ ਹੈ। ਸੋ ਇੱਕ ਵੈਬਸਾਈਟ ਹੈ ਜਿਸ ਦਾ ਨਾਮ ਹੈ themostimportantnews.com। ਸੋ ਇਸ ਵਿੱਚ ਦੱਸਿਆ ਗਿਆ ਕਿ ਅਕਤੂਬਰ 2019 ਦੇ ਵਿੱਚ, ਮਤਲਬ ਅੱਜ ਤੋਂ 4-5 ਮਹੀਨੇ ਪਹਿਲਾਂ, ਇੱਕ ਇਵੈਂਟ 201 ਗਲੋਬਲ ਪੈਂਡੇਮਿਕ ਐਕਸਰਸਾਈਜ਼ ਹੋਲਡ ਕੀਤਾ ਗਿਆ ਸੀ। ਮਤਲਬ ਇਸ ਵਿੱਚ ਅਜਿਹਾ ਦੱਸਿਆ ਗਿਆ ਸੀ ਕਿ ਇੱਕ ਅਜਿਹੀ ਬਿਮਾਰੀ ਜੋ ਇੱਕ ਕੰਟਰੀ ਤੋਂ ਆਲ ਵਰਲਡ ਦੇ ਵਿੱਚ ਫੈਲ ਜਾਵੇ। ਸੋ ਇਹ ਨਿਊਯਾਰਕ ਵਿੱਚ ਪੈਂਡੇਮਿਕ ਐਕਸਰਸਾਈਜ਼ ਹੋਇਆ ਸੀ ਤੇ ਇਹ ਹੋਇਆ ਸੀ ਜੌਨ ਹੌਕਿੰਸ ਸੈਂਟਰ ਆਫ ਹੈਲਥ ਸਿਕਿਉਰਿਟੀ
ਤੇ ਇਹਨਾਂ ਦੇ ਨਾਲ ਸੀ ਵਰਲਡ ਇਕਨੋਮਿਕ ਫੋਰਮ ਤੇ ਇਹਨਾਂ ਦੇ ਨਾਲ ਇੱਕ ਹੋਰ ਨਾਮ ਸੀ ਬਿਲ ਗੇਟਸ ਤੇ ਮਲਿੰਡਾ ਗੇਟਸ ਫਾਊਂਡੇਸ਼ਨ। ਸੋ ਇਹਨਾਂ ਤਿੰਨਾਂ ਨੇ ਮਿਲ ਕੇ ਇਹ ਐਕਸਰਸਾਈਜ਼ ਰੱਖੀ ਸੀ ਜਿਸ ਵਿੱਚ 15 ਬਿਜ਼ਨਸ ਲੀਡਰਸ ਤੇ ਵਰਲਡ ਹੈਲਥ ਆਫੀਸਰ ਤੇ ਕੁਝ ਖਾਸ ਗਵਰਨਮੈਂਟ ਦੇ ਲੋਕ ਸੀ ਜਿਨ੍ਹਾਂ ਨੂੰ ਇੱਥੇ ਬੁਲਾਇਆ ਸੀ ਇਹ ਐਕਸਰਸਾਈਜ਼ ਦੱਸਣ ਲਈ ਕਿ ਇਸ ਦੇ ਰਿਜ਼ਲਟ ਕੀ ਹੋ ਸਕਦੇ ਨੇ। ਸੋ ਇਹਨਾਂ ਦਾ ਕਹਿਣਾ ਸੀ ਕਿ ਜੇਕਰ ਅਜਿਹੀ ਕੋਈ ਬਿਮਾਰੀ ਫੈਲਦੀ ਹੈ ਤਾਂ ਉਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਤੇ ਸਿਮੂਲੇਸ਼ਨ ਇੱਕ ਕੰਪਿਊਟਰ ਆਟੋਮੇਟਡ ਪ੍ਰੋਗਰਾਮ ਹੁੰਦਾ ਹੈ ਜਿਸ ਵਿੱਚ ਇੱਕ ਨਕਲੀ ਵਾਇਰਸ ਪਾ ਕੇ ਦੇਖਿਆ ਜਾ ਸਕਦਾ ਹੈ ਕਿ ਉਹ ਕਿੰਨੀ ਸਪੀਡ ਨਾਲ ਫੈਲ ਸਕਦਾ ਹੈ। ਸੋ ਇਹ ਸਭ ਚੈੱਕ ਕਰਨ ਲਈ ਉਹਨਾਂ ਨੇ ਇਹ ਇਵੈਂਟ ਰੱਖਿਆ ਸੀ। ਸੋ ਇਹ ਸਭ 3 ਮਹੀਨੇ ਪਹਿਲਾਂ ਹੀ ਕਿਉਂ? ਸੋ ਇੱਕ ਕਮਾਲ ਦਾ ਫੈਕਟ ਹੋਰ ਵੀ ਹੈ ਕਿ ਬਿਲ ਗੇਟਸ ਤੇ ਮਲਿੰਡਾ ਗੇਟਸ ਫਾਊਂਡੇਸ਼ਨ ਹੈ ਜੋ ਇਸ ਨੇ 2015 ਦੇ ਵਿੱਚ ਕਰੋਨਾ ਵਾਇਰਸ ਵਰਗਾ ਹੀ ਇੱਕ ਮਿਲਦਾ ਜੁਲਦਾ ਸਿਮਿਲਰ ਵਾਇਰਸ ਹੈ ਜੋ ਉਸ ਤੇ ਇਹਨਾਂ ਨੇ ਆਪਣਾ ਪੇਟੈਂਟ ਅਪਲਾਈ ਕਰ ਦਿੱਤਾ ਸੀ 2015 ਦੇ ਵਿੱਚ ਤੇ 2018 ਦੇ ਵਿੱਚ ਉਹ ਇਹਨਾਂ ਦੇ ਨਾਮ ਵੀ ਹੋ ਗਿਆ। ਮਤਲਬ ਕਿ ਇਹਨਾਂ ਨੇ ਇੱਕ ਅਜਿਹੇ ਵਾਇਰਸ ਨੂੰ ਆਪਣੇ ਨਾਮ ਕਰਵਾ ਲਿਆ ਕਿ ਉਸ ਤੇ ਅਸੀਂ ਰਿਸਰਚ ਕਰ ਰਹੇ ਹਾਂ। ਕੱਲ ਨੂੰ ਜੇਕਰ ਕੋਈ ਉਸ ਦਾ ਇਲਾਜ ਆਉਂਦਾ ਤਾਂ ਉਸ ਟੀਕੇ ਨੂੰ ਜਾਂ ਉਸ ਇਲਾਜ ਨੂੰ ਵੇਚ ਕੇ ਜੋ ਪੈਸੇ ਆਉਣਗੇ ਉਸ ਦੇ ਪ੍ਰੋਫਿਟ ਦੇ ਇਹ ਹੱਕਦਾਰ ਹੋਣਗੇ। ਮਤਲਬ ਵਾਇਰਸ ਆਉਣ ਤੋਂ ਪਹਿਲਾਂ ਹੀ ਵਾਇਰਸ ਦੀ ਪਲੈਨਿੰਗ ਹੋ ਗਈ ਤੇ ਹੋਰ ਵੈਬਸਾਈਟ ਤੇ ਇਹ ਵੀ ਦੱਸਿਆ ਗਿਆ ਹੈ ਕਿ ਇਹ ਵਾਇਰਸ ਦੀ ਗੱਲ ਨਹੀਂ ਕੀਤੀ ਬਲਕਿ ਇਸ ਦੇ ਨਾਲ ਮਿਲਦਾ ਜੁਲਦਾ ਹੀ ਉਹ ਵਾਇਰਸ ਹੈ। ਪਰ ਉੱਥੇ ਉਹਨਾਂ ਨੇ ਪ੍ਰੋਪਰ ਪੇਟੈਂਟ ਇਸ ਚੀਜ਼ ਤੇ ਲਿਆ ਹੈ ਕਿ ਜੋ ਵਾਇਰਸ ਇਸ ਚੀਜ਼ ਤੇ ਹਮਲਾ ਕਰਦਾ ਹੈ ਮਤਲਬ ਕਿ ਫੇਫੜੇ ਜਿੱਦਾਂ ਕਿ ਕਰੋਨਾ ਵਾਇਰਸ ਕਰਦਾ ਹੈ। ਸੋ ਨਾਮ ਤਾਂ ਬਾਅਦ ਵਿੱਚ ਰੱਖਿਆ ਗਿਆ ਪਰ ਉਹਨਾਂ ਨੇ ਟਰਮ ਐਂਡ ਕੰਡੀਸ਼ਨ ਵਿੱਚ ਹੀ ਉਹ ਪਾ ਦਿੱਤਾ ਜੋ ਇਸ ਵਿੱਚ ਲੱਛਣ ਪਾਏ ਗਏ ਨੇ। ਸੋ ਇਹ ਗੱਲਾਂ ਬਾਰੇ ਆਉਣ ਵਾਲੇ ਸਮੇਂ ਵਿੱਚ ਸਭ ਕੁਝ ਪਤਾ ਲੱਗ ਹੀ ਜਾਵੇਗਾ ਤੇ ਇਹ ਕਿਵੇਂ ਹੋਂਦ ਵਿੱਚ ਆਇਆ ਇਸ ਬਾਰੇ ਵੀ। ਸੋ ਇਹ ਇੱਕ ਬਹੁਤ ਹੀ ਵੱਡਾ ਬਿਜ਼ਨਸ ਵੀ ਹੋ ਸਕਦਾ ਹੈ ਪਰ ਫਿਰ ਵੀ ਕੁਝ ਅਜਿਹੀਆਂ ਚੀਜ਼ਾਂ ਨੇ ਜੋ ਆਮ ਇਨਸਾਨ ਦੇ ਸਾਹਮਣੇ ਕਦੇ ਵੀ ਨਹੀਂ ਆ ਸਕਦੀਆਂ। ਸੋ ਹੁਣ ਇੱਕ ਨਜ਼ਰ ਤੁਸੀਂ ਉਸ ਸ਼ਹਿਰ ਤੇ ਮਾਰੋ ਜਿੱਥੋਂ ਇਹ ਨਿਕਲਿਆ ਸੀ। ਉਸ ਸ਼ਹਿਰ ਦਾ ਨਾਮ ਹੈ ਵੂਹਾਨ ਜੋ ਕਿ ਚਾਈਨਾ ਦੇ ਵਿੱਚ ਪੈਂਦਾ ਹੈ ਤੇ ਹੁਣ ਉਹ ਸ਼ਹਿਰ ਚਾਰੇ ਪਾਸੇ ਤੋਂ ਲਾਕਡਾਊਨ ਹੋ ਚੁੱਕਿਆ ਹੈ ਜੋ ਕਿ ਤੁਸੀਂ ਹੁਣ ਸਕਰੀਨ ਤੇ ਦੇਖ ਸਕਦੇ ਹੋ। ਸੋ ਜ਼ਿਆਦਾਤਰ ਦੇਸ਼ ਆਪਣਾ ਅਸਲੀ ਡਾਟਾ ਬਾਹਰ ਨਹੀਂ ਕੱਢਦੇ ਕਿਉਂਕਿ ਉਸ ਨਾਲ ਵਪਾਰ ਤੇ ਬਹੁਤ ਵੱਡਾ ਅਸਰ ਪੈਂਦਾ ਹੈ ਤੇ ਦੱਸਿਆ ਜਾਂਦਾ ਹੈ ਕਿ ਨਾਰਥ ਕੋਰੀਆ ਦੇ ਵਿੱਚ ਕੋਈ ਵੀ ਅਜਿਹਾ ਕੇਸ ਨਹੀਂ ਪਾਇਆ ਗਿਆ। ਸੋ ਇਹ ਕਿੱਦਾਂ ਹੋ ਸਕਦਾ ਹੈ ਜਦ ਕਿ ਉਹ ਤਾਂ ਚੀਨ ਦੇ ਜ਼ਿਆਦਾ ਨੇੜੇ ਹੈ ਪਰ ਫਿਰ ਵੀ ਕਈ ਆਰਟੀਕਲਸ ਤੋਂ ਪਤਾ ਲੱਗਦਾ ਹੈ ਕਿ ਸ਼ਾਇਦ ਉੱਥੋਂ ਦਾ ਤਾਨਾਸ਼ਾਹ ਗੋਲੀ ਹੀ ਨਾ ਮਰਾ ਦਿੰਦਾ ਹੋਵੇ। ਸੋ ਸ਼ਾਇਦ ਇਸ ਕਰਕੇ ਹੀ ਉੱਥੇ ਕੋਈ ਕੇਸ ਨਹੀਂ ਪਾਇਆ ਜਾ ਰਿਹਾ। ਸੋ ਸੱਪ ਤੇ ਚਮਗਿੱਦੜ ਵਾਲੀ ਗੱਲ ਕੋਈ ਹਜਮ ਨਹੀਂ ਹੁੰਦੀ ਤੇ ਆਪਣੇ ਲੋਕ ਮੰਨ ਲੈਂਦੇ ਨੇ ਕਿ ਉਹ ਚਮਗਿੱਦੜ ਤੇ ਸੱਪ ਖਾਂਦੇ ਸੀ। ਸੋ ਉਹ ਕਰੋੜਾਂ ਸਾਲਾਂ ਤੋਂ ਇਹੀ ਕੁਝ ਖਾ ਰਹੇ ਨੇ। ਸੋ ਅਚਾਨਕ ਕੋਈ ਐਦਾਂ ਦਾ ਚਮਗਿੱਦੜ ਤੇ ਸੱਪ ਕਿੱਥੋਂ ਨਿਕਲ ਆਇਆ ਜਿਸ ਨਾਲ ਇਹ ਬਿਮਾਰੀ ਆ ਗਈ। ਸੋ ਇਹ ਚੀਜ਼ ਇਨਸਾਨ ਦੁਆਰਾ ਵੀ ਬਣਾਈ ਜਾ ਸਕਦੀ ਹੈ ਪਰ ਕੁਦਰਤ ਦਾ ਅੱਜ ਤੱਕ ਕਿਸੇ ਨੂੰ ਵੀ ਭੇਤ ਨਹੀਂ ਆਇਆ। ਇੱਕ ਅਨੋਖੀ ਚੀਜ਼ ਆ ਸੋ ਉਸ ਦੇ ਸਾਹਮਣੇ ਇਨਸਾਨ ਕੁਝ ਵੀ ਨਹੀਂ ਹੈ। ਸੋ ਲਾਸਟ ਵਿੱਚ ਅਸੀਂ ਇਹੀ ਕਹਾਂਗੇ ਕਿ ਨੈਗੇਟਿਵ ਬੰਦਿਆਂ ਤੋਂ ਤੇ ਨੈਗੇਟਿਵ ਖਬਰਾਂ ਤੋਂ ਬਹੁਤ ਜ਼ਿਆਦਾ ਦੂਰੀ ਬਣਾ ਕੇ ਰੱਖੋ। ਸੋ 20-30% ਤੁਸੀਂ ਇੱਥੋਂ ਹੀ ਸੇਫ ਹੋ ਜਾਵੋਗੇ। ਸੋ ਬਾਕੀ ਜੋ ਸਰਕਾਰ ਵੱਲੋਂ ਚੀਜ਼ਾਂ ਦੱਸੀਆਂ ਗਈਆਂ ਨੇ ਉਹਨਾਂ ਨੂੰ ਅਪਣਾਉਣ ਦੀ ਕੋਸ਼ਿਸ਼ ਕੀਤੀ ਜਾਵੇ ਜ਼ਿਆਦਾ ਤੋਂ ਜ਼ਿਆਦਾ। ਸੋ ਕੁਝ ਕੁ ਦਿਨ ਦੀ ਗੱਲ ਹੈ, ਸਾਨੂੰ ਇਸ ਮੌਕੇ ਤੇ ਉਹਨਾਂ ਦਾ ਸਾਥ ਰਲ ਮਿਲ ਕੇ ਨਹੀਂ ਬਲਕਿ ਆਪਣੇ ਆਪਣੇ ਘਰੇ ਰਹਿ ਕੇ ਦੇਣਾ ਚਾਹੀਦਾ ਹੈ। ਸੋ ਜੇਕਰ ਤੁਹਾਨੂੰ ਇਹ ਵੀਡੀਓ ਤੋਂ ਥੋੜਾ ਜਿਹਾ ਵੀ ਕੁਝ ਸਿੱਖਣ ਨੂੰ ਮਿਲਿਆ ਜਾਂ ਫਿਰ ਕੁਝ ਥੋੜਾ ਜਿਹਾ ਵੀ ਨਵਾਂ ਪਤਾ ਲੱਗਿਆ ਤਾਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ। ਤੇ IQ ਆਪਸ਼ਨ ਘਰ ਬੈਠ ਕੇ ਪੈਸੇ ਕਮਾਉਣ ਦਾ ਇੱਕ ਵਧੀਆ ਸਾਧਨ ਹੈ ਪਰ ਪਹਿਲਾਂ ਪੂਰੀ ਤਰ੍ਹਾਂ ਇਸ ਨੂੰ ਸਿੱਖਿਓ ਤੇ ਉਸ ਤੋਂ ਬਾਅਦ ਹੀ ਇਸ ਵਿੱਚ ਇਨਵੈਸਟ ਕਰਿਓ ਤੇ ਜਲਦੀ ਤੋਂ ਜਲਦੀ ਤੁਸੀਂ ਇਸ ਨੂੰ ਡਾਊਨਲੋਡ ਕਰ ਲਵੋ। ਨੀਚੇ ਡਿਸਕ੍ਰਿਪਸ਼ਨ ਵਿੱਚ ਇਸ ਦਾ ਲਿੰਕ ਦਿੱਤਾ ਗਿਆ ਹੈ। ਸੋ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਲੈਣ ਲਈ ਸਾਨੂੰ Facebook, Instagram ਤੇ TikTok ਤੇ ਫੋਲੋ ਕਰ ਸਕਦੇ ਹੋ ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜਾਵੇਗਾ। ਥੈਂਕ ਯੂ, ਧੰਨਵਾਦ।